ਅਧਿਆਇ 8 ਖੁਦ ਦੀ ਦੇਖਭਾਲ। ਜੇ ਤੁਸੀਂ ਆਪਣੀ ਸਿਹਤ ਗੁਆ ਲਈ ਤਾਂ ਸਮਝੋ ਤੁਸੀਂ ਸਭ ਕੁਝ ਗੁਆ ਲਿਆ। ਤੰਦਰੁਸਤੀ ਨਾਲ ਸਵੈ ਵਿਸ਼ਵਾਸ ਬਣਦਾ ਹੈ। ਅਸਲ ਦੌਲਤ ਤੁਹਾਡੀ ਸਿਹਤ ਹੈ, ਨਾ ਕਿ ਸੋਨਾ ਜਾਂ ਚਾਂਦੀ। ਜੇ ਤੁਸੀਂ ਆਪਣੀ ਸਿਹਤ ਗੁਆ ਲਈ ਤਾਂ ਸਮਝੋ ਸਭ ਕੁਝ ਗੁਆ ਲਿਆ। ਤੰਦਰੁਸਤੀ ਤੁਹਾਨੂੰ ਤਾਕਤ ਦਿੰਦੀ ਹੈ। ਇਹ ਤੁਹਾਡੇ ਧੀਰਜ 'ਚ ਵਾਧਾ ਕਰਦੀ ਹੈ ਅਤੇ ਤੁਹਾਡਾ ਸਵੈ ਵਿਸ਼ਵਾਸ ਬਣਾਉਂਦੀ ਹੈ। ਜੇ ਤੁਸੀਂ ਸਿਹਤਮੰਦ ਹੋ, ਤੁਹਾਡੀ ਇਕਾਗਰਤਾ ਬਣੀ ਰਹਿੰਦੀ ਹੈ। ਜੇ ਤੁਸੀਂ ਬਿਮਾਰ ਹੋ ਤਾਂ ਤੁਸੀਂ ਹਮੇਸ਼ਾ ਚਿੜਚਿੜੇ ਰਹਿੰਦੇ ਹੋ। ਵਰਜਿਸ਼ ਕਰੋ, ਯੋਗਾ ਕਰੋ, ਭਾਰ ਚੁੱਕੋ, ਦੌੜ ਲਗਾਓ ਜਾਂ ਤਾਈ ਚੀ ਕਰੋ। ਤੁਸੀਂ ਜੋ ਵੀ ਕਰ ਰਹੇ ਹੋ ਜਾਂ ਕਰਨ ਦੀ ਕੋਸ਼ਿਸ਼ ਦਾ ਸੁਪਨਾ ਦੇਖਦੇ ਹੋ, ਉਹ ਕਰੋ। ਸਰਗਰਮ ਰਹਿਣਾ ਵੀ ਆਪਣੀ ਤਾਕਤ ਨੂੰ ਨਵਿਆਉਣ ਦਾ ਇੱਕ ਤਰੀਕਾ ਹੈ। ਇਹ ਪਰਖੀ ਪਰਤਾਈ ਗੱਲ ਹੈ ਕਿ ਕਸਰਤ ਤੁਹਾਨੂੰ ਵਧੇਰੇ ਖੁਸ਼ ਜ਼ਿੰਦਗੀ ਦਿੰਦੀ ਹੈ ਅਤੇ ਚਿੰਤਾਵਾਂ, ਤਣਾਅ ਅਤੇ ਚਿੰਤਾ ਰੋਗ ਨੂੰ ਦੂਰ ਕਰਦੀ ਹੈ। ਰੋਜ਼ਾਨਾ ਹਲਕਾ ਯੋਗਾ ਜਾਂ 30 ਤੋਂ 50 ਮਿੰਟ ਦੀ ਸੈਰ ਤੁਹਾਡਾ ਮੂਡ ਸੁਧਾਰਨ 'ਚ ਮਦਦਗਾਰ ਹੋ ਸਕਦੀ ਹੈ। ਕਿਸੇ ਦੋਸਤ ਨੂੰ ਆਪਣੇ ਨਾਲ ਸੈਰ ਕਰਨ ਲਈ ਕਹੋ। ਮੁੜਕੋ ਮੁੜਕੀ ਹੋ ਕੇ ਸਰੀਰ ਨੂੰ ਫਿੱਟ ਰੱਖਣ ਲਈ ਵਰਜਿਸ਼ ਕਰਨ ਦੀ ਲੋੜ ਨਹੀਂ ਹੈ। ਸੌਖੀ ਸੈਰ ਕਰਨਾ ਅਤੇ ਆਪਣੇ ਕੰਪਿਊਟਰ ਤੋਂ ਉੱਠ ਕੇ ਤੁਰ ਫਿਰ ਲੈਣਾ ਵੀ ਤੁਹਾਡੇ ਨਰਵਸ ਸਿਸਟਮ ਨੂੰ ਕਮਾਲ ਦੀ ਤਾਕਤ ਦੇ ਸਕਦਾ ਹੈ ਅਤੇ ਤੁਹਾਡੇ ਸਵੈ ਵਿਸ਼ਵਾਸ ਨੂੰ ਹੁਲਾਰਾ ਦੇ ਸਕਦਾ ਹੈ। ਮਹੀਨੇ 'ਚ 2 ਵਾਰ ਸ਼ਹਿਰੋਂ ਬਾਹਰ ਜਾ ਕੇ ਘੰਟੇ ਕੁ ਲਈ ਪਹਾੜਾਂ ਦੀ ਤਾਜ਼ਾ ਹਵਾ ਦਾ ਆਨੰਦ ਲੈਣਾ ਤੁਹਾਡੇ ਰੂਟੀਨ 'ਚ ਮਹੱਤਵਪੂਰਨ ਵਾਧਾ ਹੈ। ਮੇਰੇ ਕੋਲ ਆਪਣੀ ਤਾਕਤ ਨੂੰ ਨਵਿਆਉਣ ਦੇ ਹੋਰ ਵੀ ਤਰੀਕੇ ਹਨ। ਮਿਸਾਲ ਵਜੋਂ ਮੁਲਾਜ਼ਮਾਂ ਨੂੰ ਸਿਖਲਾਈ ਦੇਣਾ ਜਾਂ ਕਿਸੇ ਪ੍ਰੇਰਨਾ ਦੇਣ ਵਾਲੇ ਦੋਸਤ ਨਾਲ ਕੌਫੀ ਪੀਣਾ। ਬਾਹਰ ਮੈਂ ਕਈ ਦਿਨਾਂ ਲਈ ਜਾਂਦਾ ਹਾਂ ਕਿਉਂਕਿ ਇਸ ਨਾਲ ਮੈਨੂੰ ਕਾਫੀ ਤਾਕਤ ਮਿਲਦੀ ਹੈ। ਮੈਂ ਉਤਸ਼ਾਹ ਭਰਿਆ ਪਰ ਆਪਣੇ ਕੰਮ-ਕਾਜ ਨਾਲ ਜੁੜਿਆ ਹੋਇਆ ਮਹਿਸੂਸ ਕਰਦਾ ਹਾਂ। ਜਦੋਂ ਮੈਂ ਕਿਸੇ ਦੀ ਜ਼ਿੰਦਗੀ ਨੂੰ ਬਦਲਣ ਦੇ ਤਜਰਬੇ ਦਾ ਹਿੱਸਾ ਹੁੰਦਾ ਹਾਂ ਤਾਂ ਮੈਂ ਮਨੋਰਥ ਨਾਲ ਭਰਿਆ ਮਹਿਸੂਸ ਕਰਦਾ ਹਾਂ। ਇੰਝ ਸਮਝੋ ਮੈਂ ਆਪਣੇ ਨਾਲੋਂ ਬਹੁਤ ਵੱਡਾ ਕੋਈ ਕੰਮ ਕਰ ਰਿਹਾ ਹਾਂ। ਆਰਾਮ ਕਰਨਾ ਤੇ ਰੋਜ਼ਾਨਾ ਲੋੜੀਂਦੀ ਨੀਂਦ ਲੈਣਾ ਵੀ ਬਹੁਤ ਮਹੱਤਵਪੂਰਨ ਹੈ। ਦਿਨ 'ਚ ਹੀ ਤੁਹਾਡੇ ਕੋਲ ਬਹੁਤ ਸਾਰੇ ਘੰਟੇ ਹੁੰਦੇ ਹਨ। ਜਿਸ ਸਮੇਂ ਵੀ ਤੁਸੀਂ ਆਪਣੀ ਦ੍ਰਿਸ਼ਟੀ ਬਣਾਉਣਾ ਚਾਹੁੰਦੇ ਹੋ, ਇਸ ਲਈ ਸਮਾਂ ਕੱਢੋ, ਜਿਵੇਂ ਕਿ ਘੰਟਾ ਜਾਂ 2 ਘੰਟੇ, ਅਤੇ ਫਿਰ ਆਪਣੀ ਕੁੱਲ ਤਾਕਤ ਉਸ ਉੱਪਰ ਕੇਂਦਰਿਤ ਕਰ ਦਿਓ। ਜੇ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਤੁਹਾਡੇ ਤੋਂ ਕੰਮ ਨਹੀਂ ਹੋ ਰਿਹਾ ਤਾਂ ਛੁੱਟੀ ਕਰ ਲਓ। ਸਿਰਫ ਉਦੋਂ ਹੀ ਕੰਮ ਕਰੋ ਜਦੋਂ ਤੁਸੀਂ ਇਸ ਲਈ 100% ਦੇ ਸਕਦੇ ਹੋ ਅਤੇ ਇਸ ਨੂੰ ਆਨੰਦ ਦੇਣ ਵਾਲਾ ਬਣਾਓ। ਤਾਕਤ ਸਿਰਫ ਜਿੱਤਣ ਨਾਲ ਹੀ ਨਹੀਂ ਆਉਂਦੀ, ਤੁਹਾਡੇ ਸੰਘਰਸ਼ਾਂ ਨਾਲ ਵੀ ਤੁਹਾਡੀ ਤਾਕਤ ਵਿਕਸਦੀ ਹੈ। ਜਦੋਂ ਤੁਸੀਂ ਮੁਸ਼ਕਲਾਂ 'ਚੋਂ ਗੁਜ਼ਰਦੇ ਹੋ ਤਾਂ ਹਾਰ ਨਾ ਮੰਨਣ ਦਾ ਫੈਸਲਾ ਕਰਦੇ ਹੋ। ਇਹ ਤਾਕਤ ਹੈ। ਮਿਸਟਰ ਯੂਨੀਵਰਸ ਦੀ ਕਹਾਣੀ। ਅਰਨੋਲਡ ਸ਼ਵਾਰਟਜ਼ਨੇਗਰ ਇੱਕ ਆਸਟਰੀਆਈ ਅਮਰੀਕਨ ਬਾਡੀ ਬਿਲਡਰ ਅਤੇ ਐਕਟਰ ਹੈ ਜਿਸ ਦੇ ਪੋਸਟਰ ਅਨੇਕ ਨੌਜਵਾਨਾਂ ਦੀਆਂ ਕੰਧਾਂ ਦਾ ਸ਼ਿੰਗਾਰ ਬਣੇ ਹੋਏ ਹਨ। ਉਸ ਦੇ ਆਪਣੀ ਜ਼ਿੰਦਗੀ 'ਚ ਬਾਡੀ ਬਿਲਡਿੰਗ ਚੈਂਪੀਅਨ, ਦੇ ਮਿਸਟਰ ਯੂਨੀਵਰਸ ਅਤੇ ਮਿਸਟਰ ਓਲੰਪੀਆ ਖਿਤਾਬਾਂ ਸਮੇਤ ਬਹੁਤ ਸਾਰੇ ਰੂਪ ਹਨ। ਉਹ ਇੱਕ ਐਸਾ ਮਸ਼ਹੂਰ ਹਾਲੀਵੁੱਡ ਐਕਟਰ ਹੈ ਜਿਸ ਨੂੰ ਦੁਨੀਆ ਦੇ ਕਰੋੜਾਂ ਲੋਕ ਪੂਜਦੇ ਹਨ ਅਤੇ ਉਹ ਅਮਰੀਕਾ ਦੇ ਕੈਲੀਫੋਰਨੀਆ ਦਾ ਗਵਰਨਰ ਹੈ। ਅਰਨੋਲਡ ਦਾ ਪਿਤਾ ਇੱਕ ਸ਼ਰਾਬੀ ਕਬਾਬੀ ਨਾਜ਼ੀ ਸਿਪਾਹੀ ਸੀ ਅਤੇ ਉਸ ਨੂੰ ਆਪਣਾ ਬੇਟਾ ਪਸੰਦ ਨਹੀਂ ਸੀ। ਉਸ ਨੂੰ ਸ਼ੱਕ ਸੀ ਕਿ ਅਰਨੋਲਡ ਉਸ ਦੀ ਔਲਾਦ ਨਹੀਂ ਹੋ ਸਕਦਾ। ਆਪਣੇ ਪਿਤਾ ਹੱਥੋਂ ਨਿੱਤ ਦਿਨ ਕੁੱਟ ਖਾਣ ਦੇ ਬਾਵਜੂਦ ਸਕੂਲ 'ਚ ਅਰਨੋਲਡ ਦਾ ਵਤੀਰਾ ਖੁਸ਼ ਮਿਜ਼ਾਜ ਹੁੰਦਾ ਸੀ। ਉਹ ਐਕਸ਼ਨ ਫਿਲਮਾਂ ਦੇਖ ਕੇ ਆਪਣੀ ਦੁਨੀਆ ਨੂੰ ਭੁਲਾ ਦਿੰਦਾ। ਇਹ ਉਸ ਨੂੰ ਬੇਹੱਦ ਖੁਸ਼ੀ ਦਿੰਦਾ ਅਤੇ ਇਸੇ 'ਚ ਉਸ ਦੇ ਦਿਲ 'ਚ ਅਮਰੀਕਾ ਚਲੇ ਜਾਣ ਦੇ ਸੁਪਨੇ ਨੇ ਜਨਮ ਲਿਆ। ਉਸ ਦੇ ਪਿਤਾ ਦੀ ਇੱਛਾ ਸੀ ਕਿ ਉਸ ਦਾ ਬੇਟਾ ਉਸ ਦੇ ਨਕਸ਼ੇ ਕਦਮਾਂ 'ਤੇ ਚੱਲ ਕੇ ਸਿਪਾਹੀ ਬਣੇ। ਅਰਨੋਲਡ ਨੇ ਫੈਸਲਾ ਲਿਆ ਕਿ ਉਸ ਨੂੰ ਆਪਣੀ ਜ਼ਿੰਦਗੀ ਆਪ ਬਣਾਉਣ ਦੀ ਲੋੜ ਹੈ। ਉਸ ਨੇ ਬਾਡੀ ਬਿਲਡਿੰਗ ਐਥਲੀਟ ਦੇ ਰੂਪ 'ਚ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਅਤੇ ਮੁਕਾਬਲਿਆਂ 'ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। 20 ਸਾਲ ਦੀ ਉਮਰ 'ਚ ਉਹ ਬਾਡੀ ਬਿਲਡਿੰਗ ਮੁਕਾਬਲਿਆਂ ਦੀ ਦੁਨੀਆ 'ਚ ਛਾ ਗਿਆ ਅਤੇ ਅਣਥੱਕ ਇਕਾਗਰਤਾ ਅਤੇ ਨਿਸ਼ਚੇ ਨਾਲ ਉਹ ਸਭ ਤੋਂ ਛੋਟੀ ਉਮਰ 'ਚ ਮਿਸਟਰ ਯੂਨੀਵਰਸ ਖਿਤਾਬ ਜਿੱਤਣ ਦੀ ਟੀਸੀ 'ਤੇ ਪਹੁੰਚ ਗਿਆ। ਬਦਸਲੂਕੀ ਤੋਂ ਪੀੜਤ ਹੋਣ ਅਤੇ ਗਰੀਬੀ ਨਾਲ ਘੁਲਣ ਦੇ ਬਾਵਜੂਦ ਉਸ ਦੇ ਅੰਦਰ ਅਮੁੱਕ ਪ੍ਰਬਲ ਇੱਛਾ ਸੀ ਜਿਸ ਨੇ ਉਸ ਨੂੰ ਦੱਸਿਆ ਕਿ ਜੋ ਆਪਣੀ ਜ਼ਿੰਦਗੀ ਦੇ ਹਾਲਾਤ ਬਾਰੇ ਸੋਚਦੇ ਰਹਿਣ ਦੀ ਬਜਾਏ ਜੋ ਉਹ ਚਾਹੁੰਦਾ ਹੈ, ਜੇ ਉਸ ਉੱਪਰ ਚੋਖਾ ਧਿਆਨ ਕੇਂਦਰਿਤ ਕਰ ਲਵੇ ਤਾਂ ਉਹ ਸਭ ਕੁਝ ਪ੍ਰਾਪਤ ਕਰ ਸਕਦਾ ਹੈ। ਅਰਨੋਲਡ ਦੀ ਸਵੈ ਦੇਖਭਾਲ ਉਸ ਦੇ ਸਰੀਰ ਨੂੰ ਸਿਖਲਾਈ ਦੇ ਰਹੀ ਸੀ ਅਤੇ ਇਸ ਨੇ ਸ਼ੰਕਿਆਂ ਅਤੇ ਡਰਾਂ ਦਾ ਰਾਹ ਰੋਕ ਰੱਖਿਆ ਸੀ। ਪਰ ਨਾਲ ਹੀ ਉਸ ਨੇ ਨੌਜਵਾਨ ਉਮਰ 'ਚ ਹੀ ਮਨੋਵਿਗਿਆਨ ਬਾਰੇ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਇਸ ਲਈ ਉਹ ਆਪਣੇ ਮਨ ਨੂੰ ਸਿਖਲਾਈ ਦੇ ਸਕਦਾ ਸੀ ਅਤੇ ਮਨ ਅਤੇ ਸਰੀਰ ਦੇ ਰਿਸ਼ਤੇ ਦੇ ਸਿਧਾਂਤ ਸਿੱਖ ਸਕਦਾ ਸੀ। ਜਦੋਂ ਉਹ ਵੇਟ ਲਿਫਟਿੰਗ ਕਲੱਬ ਦਾ ਮੈਂਬਰ ਬਣਿਆ ਤਾਂ ਅਰਨੋਲਡ ਦਾ ਸਵੈ ਵਿਸ਼ਵਾਸ ਅਤੇ ਸਵੈ ਮਾਨ ਢਹਿੰਦੀਆਂ ਕਲਾਂ 'ਚ ਸੀ। ਪਰ ਪਹਿਲੀ ਟਰਾਫੀ ਜਿੱਤ ਲੈਣ ਤੋਂ ਬਾਅਦ ਉਸ ਨੂੰ ਪ੍ਰਾਪਤੀ ਦਾ ਸਰੂਰ ਹੋ ਗਿਆ
ਅਤੇ ਪਹਿਲਾਂ ਕਦੇ ਉਸ ਨੇ ਇੰਜ ਮਹਿਸੂਸ ਨਹੀਂ ਕੀਤਾ ਸੀ। ਉਹ ਅਕਸਰ ਕਹਿੰਦਾ ਹੈ, ਵੇਟ ਲਿਫਟਿੰਗ ਨੇ ਉਸ ਦੀ ਜ਼ਿੰਦਗੀ ਦੀ ਕਾਇਆ ਪਲਟੀ ਕਰ ਦਿੱਤੀ। ਘਬਰੇਟ ਉਮਰ 'ਚ ਉਸ ਨੇ ਬਾਕੀਆਂ ਦੀ ਤਰ੍ਹਾਂ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ। ਹੁਣ ਉਹ ਇੱਕ ਲਾਚਾਰ ਨੌਜਵਾਨ ਨਹੀਂ ਸੀ। ਅਰਨੌਲਡ ਸਖਤ ਅਭਿਆਸ ਅਤੇ ਸਿਖਲਾਈ ਨੂੰ ਇੰਨਾ ਸਮਰਪਿਤ ਸੀ ਕਿ ਹਫ਼ਤੇ ਦੇ ਆਖਰੀ ਦਿਨ ਜਿਮ ਬੰਦ ਹੋਣ ਸਮੇਂ ਵੀ ਉੱਥੇ ਚਲੇ ਜਾਂਦਾ ਸੀ। ਸਭ ਤੋਂ ਮਹੱਤਵਪੂਰਨ ਹੈ ਬੰਦੇ ਕੋਲ ਇੱਕ ਦ੍ਰਿਸ਼ਟੀ, ਇੱਕ ਨਿਸ਼ਾਨਾ ਹੋਣਾ, ਕਿਉਂਕਿ ਇਸ ਤੋਂ ਬਗੈਰ ਤੁਸੀਂ ਐਵੇਂ ਅੱਕੀਂ ਪਲਾਹੀਂ ਹੱਥ ਮਾਰਦੇ ਰਹਿੰਦੇ ਹੋ ਅਤੇ ਤੁਸੀਂ ਕਿਸੇ ਤਨ ਪੱਤਨ ਨਹੀਂ ਲੱਗਦੇ। ਲੋਕ ਅਚਾਨਕ ਸਫਲ ਨਹੀਂ ਹੁੰਦੇ। ਮੇਰੇ ਕੋਲ ਹਮੇਸ਼ਾ ਲਈ ਸਭ ਤੋਂ ਵੱਡਾ ਬਾਡੀ ਬਿਲਡਰ ਮਿਸਟਰ ਯੂਨੀਵਰਸ ਬਣਨ ਦੀ ਦ੍ਰਿਸ਼ਟੀ ਸੀ। ਮੈਂ ਵਾਰ-ਵਾਰ ਉਹ ਟਰਾਫੀ ਉੱਚੀ ਕਰਕੇ ਫੜੀ ਹੋਣ ਅਤੇ ਚੈਂਪੀਅਨਸ਼ਿਪ 'ਚ ਜਿੱਤਣ ਦੀ ਕਲਪਨਾ ਵਾਰ-ਵਾਰ ਕਰਦਾ ਰਹਿੰਦਾ ਸੀ। ਇਹ ਕਹਿਣਾ ਹੈ ਅਰਨੌਲਡ ਦਾ। ਅਰਨੌਲਡ ਨੇ ਆਪਣੇ ਕਮਰੇ 'ਚ ਮੁਹੰਮਦ ਅਲੀ ਵਰਗੇ ਚੈਂਪੀਅਨ ਵੇਟ ਲਿਫਟਰਾਂ ਜਾਂ ਬਾਕਸਰਾਂ ਦੀਆਂ ਤਸਵੀਰਾਂ ਲਗਾਈਆਂ ਹੋਈਆਂ ਸਨ। ਉਹ ਜਦੋਂ ਵੀ ਢਹਿੰਦੀ ਕਲਾ 'ਚ ਮਹਿਸੂਸ ਕਰਦਾ ਜਾਂ ਉਸ ਵਿੱਚ ਅਭਿਆਸ ਕਰਨ ਲਈ ਉਤਸ਼ਾਹ ਨਾ ਹੁੰਦਾ ਤਾਂ ਉਹਨਾਂ ਵੱਲ ਤੱਕਦਾ ਅਤੇ ਇਹ ਉਸ ਨੂੰ ਆਪਣੇ ਸੁਪਨਿਆਂ ਦਾ ਪਿੱਛਾ ਕਰਦੇ ਰਹਿਣ ਅਤੇ ਡਟੇ ਰਹਿਣ ਦਾ ਹੌਸਲਾ ਅਤੇ ਤਾਕਤ ਦਿੰਦੀਆਂ। ਉਸ ਦੀ ਮਾਂ ਇਸ ਨੂੰ ਲੈ ਕੇ ਬਹੁਤ ਚਿੰਤਤ ਰਹਿੰਦੀ ਕਿ ਉਸ ਦੇ ਗੱਭਰੂ ਹੋ ਰਹੇ ਮੁੰਡੇ ਨੇ ਆਪਣੇ ਕਮਰੇ 'ਚ ਮਰਦਾਂ ਦੀਆਂ ਤਸਵੀਰਾਂ ਕਿਉਂ ਲਗਾਈਆਂ ਹੋਈਆਂ ਹਨ ਅਤੇ ਉਹ ਉਸ ਨੂੰ ਡਾਕਟਰ ਨੂੰ ਦਿਖਾਉਣ ਵੀ ਲੈ ਗਈ ਸੀ। ਅਰਨੌਲਡ ਦੱਸਦਾ ਹੈ, ਮੈਂ ਉਹਨਾਂ ਤਸਵੀਰਾਂ ਨੂੰ ਤੱਕਦਾ ਰਹਿੰਦਾ ਅਤੇ ਉਹ ਮੇਰੇ ਦਿਮਾਗ ਉੱਪਰ ਉਕਰ ਗਈਆਂ ਸਨ। ਇਸ ਲਈ ਮੈਂ ਚੰਗੀ ਤਰ੍ਹਾਂ ਜਾਣਦਾ ਸੀ ਕਿ ਮੈਂ ਕਿਸ ਦੇ ਪਿੱਛੇ ਚੱਲ ਰਿਹਾ ਹਾਂ। ਉਹ ਵੇਟ ਲਿਫਟਿੰਗ ਦੇ ਹਰ ਰੈਪ ਦੀ ਇੰਤਜ਼ਾਰ ਬਹੁਤ ਸ਼ਿੱਦਤ ਨਾਲ ਕਰਦਾ ਸੀ ਅਤੇ ਜਿਮ ਵਿੱਚ ਰੋਜ਼ਾਨਾ 5 ਘੰਟੇ ਲਾਉਂਦਾ ਸੀ। ਲੋਕ ਅਰਨੌਲਡ ਵੱਲ ਦੇਖਦੇ ਰਹਿੰਦੇ ਅਤੇ ਉਸ ਨੂੰ ਪੁੱਛਦੇ ਕਿ ਜਿਮ ਵਿੱਚ ਇੰਨਾ ਸਮਾਂ ਲਗਾਉਣ ਤੋਂ ਬਾਅਦ ਉਸ ਦੇ ਚਿਹਰੇ 'ਤੇ ਇੰਨੀ ਮੁਸਕਰਾਹਟ ਅਤੇ ਇੰਨੀ ਰੌਣਕ ਕਿਉਂ ਹੁੰਦੀ ਹੈ ਅਤੇ ਹੋਰਨਾਂ ਦੀ ਤਰ੍ਹਾਂ ਉਹ ਬੁਝਿਆ ਕਿਉਂ ਨਹੀਂ ਹੁੰਦਾ। ਤਾਂ ਉਸ ਦਾ ਜਵਾਬ ਹੁੰਦਾ, ਕਿਉਂਕਿ ਬਾਈਸੈਪ ਕਰਨ ਜਾਂ ਸਕੈਟ ਅਭਿਆਸ ਦੇ ਹਰ ਦੁਹਰਾਉ ਨਾਲ ਮੈਂ ਆਪਣੇ ਨਿਸ਼ਾਨੇ ਦੇ ਨੇੜੇ ਪਹੁੰਚ ਰਿਹਾ ਹਾਂ। ਇੱਥੋਂ ਤੱਕ ਕਿ ਮੇਰੀਆਂ ਬਾਹਾਂ ਜੈਲ-ਓ ਦੀ ਤਰ੍ਹਾਂ ਮਹਿਸੂਸ ਕਰਦੀਆਂ ਹਨ ਅਤੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਇਹ ਸੌਂ ਰਹੀਆਂ ਹਨ। ਉਹ ਜਾਣਦਾ ਸੀ ਕਿ ਹਰ ਕਦਮ ਅਤੇ ਅਭਿਆਸ ਨਾਲ ਉਹ ਆਪਣੀ ਇੱਛਤ ਹਕੀਕਤ ਦੇ ਨੇੜੇ ਪਹੁੰਚ ਰਿਹਾ ਸੀ ਅਤੇ ਉਸ ਨੂੰ ਆਪਣਾ ਨਿਸ਼ਾਨਾ ਸ਼ੁਰੂ ਹੋਣ ਤੋਂ ਹੀ ਐਨ ਸਪਸ਼ਟ ਸੀ। ਬਾਡੀ ਬਿਲਡਿੰਗ ਦੇ ਮੁਕਾਬਲੇ ਜਿੱਤਣ ਸਮੇਂ ਅਰਨੌਲਡ ਅਕਸਰ ਹੀ ਆਪਣੇ ਦੋਸਤਾਂ ਨੂੰ ਕਹਿੰਦਾ ਹੁੰਦਾ ਸੀ ਕਿ ਇੱਕ ਦਿਨ ਉਹ ਇੱਕ ਸਫਲ ਐਕਟਰ ਬਣੇਗਾ। ਉਸ ਉੱਪਰ ਐਕਸ਼ਨ ਫਿਲਮਾਂ ਦਾ ਡੂੰਘਾ ਪ੍ਰਭਾਵ ਸੀ ਅਤੇ ਉਸ ਨੂੰ ਪਰਦੇ ਉੱਪਰ ਜੌਨ ਵੇਨ ਨੂੰ ਦੇਖਣਾ ਪਸੰਦ ਸੀ। ਹਾਲਾਂਕਿ ਉਦੋਂ ਉਹ ਅੰਗਰੇਜ਼ੀ ਬਿਲਕੁਲ ਨਹੀਂ ਸੀ ਬੋਲ ਸਕਦਾ। ਅਰਨੌਲਡ ਨੇ ਆਪਣੇ ਸੁਪਨਿਆਂ ਦਾ ਪਿੱਛਾ ਕਰਨ ਅਤੇ ਅਮਰੀਕਾ ਜਾਣ ਦਾ ਫੈਸਲਾ ਕੀਤਾ। ਉਦੋਂ ਉਸ ਦੀ ਜੇਬ 'ਚ ਸਿਰਫ $20 ਸਨ ਅਤੇ ਉਸ ਨੂੰ ਅੰਗਰੇਜ਼ੀ ਦਾ ਇੱਕ ਅੱਖਰ ਵੀ ਨਹੀਂ ਸੀ ਆਉਂਦਾ। ਉਸ ਦੇ ਸਫਲ ਹੋਣ ਅਤੇ ਅਮਰੀਕਾ 'ਚ ਉਹਨਾਂ ਨੂੰ ਸਾਕਾਰ ਕਰਨ ਦੇ ਜਨੂੰਨ ਅਤੇ ਇੱਛਾ ਨੇ ਉਸ ਨੂੰ ਤਾਕਤ ਬਖਸ਼ੀ। ਉਦੋਂ 21 ਸਾਲ ਦਾ ਸੀ ਅਤੇ ਉਹ ਸਿਰਫ ਇੱਟਾਂ ਦੀ ਚਿਣਾਈ ਦਾ ਕੰਮ ਹੀ ਕਰ ਸਕਦਾ ਸੀ। ਉਸ ਨੇ ਆਪਣੀਆਂ ਸ਼ਾਮਾਂ ਜਿਮ 'ਚ ਸਿਖਲਾਈ ਲੈਣ ਅਤੇ ਇੱਕ ਬਿਹਤਰ ਭਵਿੱਖ ਦਾ ਸੁਪਨਾ ਲੈਣ ਦੇ ਲੇਖੇ ਲਾ ਦਿੱਤੀਆਂ। ਉਸ ਨੂੰ ਵਾਰ-ਵਾਰ ਚਿਤਾਰਿਆ ਜਾਂਦਾ ਕਿ ਕੈਮਰੇ ਉੱਪਰ ਉਸ ਦਾ ਸਰੀਰ ਹਸਾਉਣਾ ਅਤੇ ਬੇਟਾਬਾ ਨਜ਼ਰ ਆਉਂਦਾ ਹੈ ਅਤੇ ਉਸ ਦਾ ਬੋਲਣ ਦਾ ਅਜੀਬ ਅੰਦਾਜ਼ ਕਿਸੇ ਦੇ ਪੱਲੇ ਨਹੀਂ ਪੈਂਦਾ ਕਿ ਉਸ ਦਾ ਆਖਰੀ ਨਾਂ ਬਹੁਤ ਲੰਬਾ ਹੈ ਅਤੇ ਐਕਟਰ ਬਣਨ ਲਈ ਉਸ ਨੂੰ ਆਪਣਾ ਨਾਂ ਬਦਲਣਾ ਪਵੇਗਾ। ਅਰਨੌਲਡ ਨੂੰ ਹਰ ਪਾਸੇ ਠੁਕਰਾਏ ਜਾਣ ਦਾ ਸਾਹਮਣਾ ਕਰਨਾ ਪਿਆ, ਪਰ ਉਸ ਨੂੰ ਆਪਣੇ ਸੁਪਨਿਆਂ 'ਚ ਭਰੋਸਾ ਸੀ ਅਤੇ ਇਹਨਾਂ ਦੀ ਖਾਤਰ ਉਹ ਆਸਟਰੀਆ ਦੇ ਇੱਕ ਨਿੱਕੇ ਜਿਹੇ ਕਸਬੇ ਤੋਂ ਚੱਲ ਕੇ ਇੰਨੀ ਦੂਰ ਆਇਆ ਸੀ। ਛੇਤੀ ਹੀ ਉਸ ਨੂੰ ਐਕਟਿੰਗ ਦਾ ਛੋਟਾ ਕੰਮ ਮਿਲਣਾ ਸ਼ੁਰੂ ਹੋ ਗਿਆ। ਕੋਈ ਵੀ ਕੋਨਾਨ ਦਾ ਬਾਰਬੀਅਨ ਜਾਂ ਹਰਕੁਲਿਸ ਇਨ ਨਿਊਯਾਰਕ ਵਿੱਚ ਅਰਨੌਲਡ ਨੂੰ ਵੱਡੇ ਪਰਦੇ ਨੂੰ 4 ਚੰਦ ਲਾਉਂਦੇ ਨੂੰ ਨਹੀਂ ਭੁੱਲ ਸਕਦਾ। ਉਹ ਕਿਰਦਾਰ ਸਿਰਫ ਉਹੀ ਨਿਭਾ ਸਕਦਾ ਸੀ ਅਤੇ ਉਸ ਨੇ ਆਪਣਾ ਨਾਂ ਨਹੀਂ ਬਦਲਿਆ। ਉਹ ਆਪਣੇ ਪ੍ਰਤੀ ਵਫਾਦਾਰ ਰਿਹਾ। ਪਰ ਜਿਸ ਕਿਰਦਾਰ ਨੇ ਉਸ ਨੂੰ ਦ ਟਰਮੀਨੇਟਰ ਵਿੱਚ ਬਹੁਤ ਹਰਮਨ ਪਿਆਰਾ ਬਣਾ ਦਿੱਤਾ, ਇਹ ਉਹ ਕਿਰਦਾਰ ਸੀ ਜਿਸ ਨੂੰ ਮੈਲ ਗਿਬਸਨ ਸਮੇਤ ਹਾਲੀਵੁੱਡ ਦੇ ਬਹੁਤ ਸਾਰੇ ਮਸ਼ਹੂਰ ਸਿਤਾਰਿਆਂ ਨੇ ਨਾਮਨਜ਼ੂਰ ਕਰ ਦਿੱਤਾ ਸੀ। ਹੁਣ ਅਰਨੌਲਡ ਦਾ ਹਾਲੀਵੁੱਡ ਐਕਸ਼ਨ ਮੂਵੀ ਸਟਾਰ ਬਣਨ ਦਾ ਸੁਪਨਾ ਸੱਚ ਹੋ ਗਿਆ। ਉਸ ਦੀਆਂ ਫਿਲਮਾਂ ਹੁਣ ਤੱਕ ਅਰਬਾਂ ਦੀ ਕਮਾਈ ਕਰ ਚੁੱਕੀਆਂ ਹਨ ਅਤੇ ਉਸ ਦੀ ਅਸਲ ਜੀਵਨ ਕਹਾਣੀ ਦੁਨੀਆ ਭਰ 'ਚ ਅਨੇਕਾਂ ਲੋਕਾਂ ਲਈ ਪ੍ਰੇਰਨਾ ਬਣੀ ਹੋਈ ਹੈ, ਜੋ ਸਾਨੂੰ ਦੱਸਦੀ ਹੈ ਕਿ ਇਹ ਮਾਇਨੇ ਨਹੀਂ ਰੱਖਦਾ ਕਿ ਤੁਹਾਡਾ ਪਿਛੋਕੜ ਕੀ ਹੈ, ਤੁਸੀਂ ਕਿਸੇ ਵੀ ਰੁਕਾਵਟ ਨੂੰ ਦੂਰ ਕਰ ਸਕਦੇ ਹੋ। ਕਸਰਤ ਹਿਪੋਕੈਂਪਸ 'ਚ ਵਾਧਾ ਕਰਦੀ ਹੈ, ਦਿਮਾਗ ਦਾ ਉਹ ਹਿੱਸਾ ਜੋ ਯਾਦਾਸ਼ਤ ਅਤੇ ਸਿੱਖਣ ਲਈ ਬਹੁਤ ਮਹੱਤਵਪੂਰਨ ਹੈ। ਇਹ ਬਜ਼ੁਰਗਾਂ 'ਚ ਦਿਮਾਗ ਦੀ ਸਰਗਰਮੀ ਨੂੰ ਵਧਾਉਣ ਦਾ ਕੰਮ ਕਰਦੀ ਹੈ। ਇੱਕ ਅਧਿਐਨ ਵੱਲੋਂ ਬਾਕਾਇਦਗੀ ਨਾਲ ਕਸਰਤ ਕਰਨ ਵਾਲੇ 26 ਸਿਹਤਮੰਦ ਮਰਦਾਂ ਅਤੇ ਔਰਤਾਂ ਨੂੰ 2 ਹਫ਼ਤੇ ਲਈ ਕਸਰਤ ਬੰਦ ਕਰਨ ਅਤੇ ਜਾਰੀ ਰੱਖਣ ਲਈ ਕਿਹਾ ਗਿਆ।
ਕਸਰਤ ਬੰਦ ਕਰਨ ਵਾਲਿਆਂ ਨੂੰ ਆਪਣੇ ਨਕਾਰਾਤਮਕ ਮੂਡ 'ਚ ਵਾਧਾ ਮਹਿਸੂਸ ਹੋਇਆ। ਵਧੇਰੇ ਤਾਕਤ ਹਾਸਲ ਕਰਨ, ਆਪਣੇ ਸੁਪਨਿਆਂ ਦੀ ਜ਼ਿੰਦਗੀ, ਵਧੇਰੇ ਲੰਬੀ ਜ਼ਿੰਦਗੀ ਜਿਉਣ ਲਈ ਤੁਹਾਨੂੰ ਇਹ ਦੇਖਣਾ ਪਵੇਗਾ ਕਿ ਤੁਸੀਂ ਆਪਣੇ ਸਰੀਰ ਵਿੱਚ ਕੀ ਪਾ ਰਹੇ ਹੋ। ਨਰੋਈ ਖੁਰਾਕ 'ਤੇ ਜ਼ੋਰ ਦਿਓ। ਨਰੋਈ ਖੁਰਾਕ ਵੀ ਸਰਗਰਮ ਜੀਵਨ ਸ਼ੈਲੀ ਜਿੰਨੀ ਮਹੱਤਵਪੂਰਨ ਹੈ। ਜੇ ਤੁਸੀਂ ਆਪਣੇ ਸਰੀਰ ਦੇ ਅੰਦਰ ਸਿਹਤ ਦੇ ਪ੍ਰਤੀਕੂਲ ਖਾਣਾ ਤੁੰਦੇ ਰਹਿੰਦੇ ਹੋ ਤਾਂ ਤੁਸੀਂ ਅਨੋਖੀ ਜ਼ਿੰਦਗੀ ਜਿਉਣ ਲਈ ਜ਼ਰੂਰੀ ਤਾਕਤ ਅਤੇ ਜੋਸ਼ ਦੀ ਉਮੀਦ ਨਹੀਂ ਕਰ ਸਕਦੇ। ਤੁਸੀਂ ਆਪਣੇ ਸਰੀਰ ਨੂੰ ਜੋ ਵੀ ਖਵਾਉਂਦੇ ਹੋ ਉਸ ਦਾ ਤੁਹਾਡੀ ਸੁਧਾਰ ਕਰਨ ਦੀ ਪ੍ਰੇਰਨਾ ਉੱਪਰ ਬੇਥਾ ਅਸਰ ਪੈਂਦਾ ਹੈ। ਖਾਣ ਪੀਣ ਦੀਆਂ ਭੈੜੀਆਂ ਆਦਤਾਂ ਕਾਰਨ ਮੇਰਾ ਵਜ਼ਨ 240 ਪਾਉਂਡ ਹੁੰਦਾ ਸੀ। ਉਦੋਂ ਮੈਂ ਸੰਤੁਲਨਤ ਖੁਰਾਕ ਨਹੀਂ ਸੀ ਖਾਂਦਾ। ਤਲੀਆਂ ਚੀਜ਼ਾਂ ਸਮੇਤ ਐਸਾ ਕੁਝ ਮੈਂ ਰੋਜ਼ਾਨਾ ਖਾਂਦਾ ਸੀ ਅਤੇ ਲੋੜੋਂ ਵੱਧ ਖਾਂਦਾ ਸੀ। ਥੋੜ੍ਹਾ ਥੋੜ੍ਹਾ ਖਾਓ ਅਤੇ ਹਰ ਚੀਜ਼ ਦਾ ਆਨੰਦ ਲਓ। ਜੇ ਤੁਸੀਂ ਬਹੁਤ ਜ਼ਿਆਦਾ ਖਾਂਦੇ ਹੋ ਤਾਂ ਤੁਹਾਡੇ ਸਰੀਰ ਨੂੰ ਉਸ ਖਾਣੇ ਨੂੰ ਹਜ਼ਮ ਕਰਨ ਲਈ ਲਗਾਤਾਰ ਕੰਮ ਕਰਨਾ ਪੈਂਦਾ ਹੈ, ਜੋ ਤੁਹਾਡੀ ਤਾਕਤ ਨਿਚੋੜ ਦਿੰਦਾ ਹੈ ਅਤੇ ਤੁਸੀਂ ਉਂਘਦੇ ਰਹਿੰਦੇ ਹੋ। ਹੁਣ ਮੈਂ ਰੋਜ਼ਾਨਾ ਸੈਰ ਕਰਦਾ ਹਾਂ ਅਤੇ ਮੈਂ ਸਧਾਰਨ ਯੋਗਾ ਵਾਲੀਆਂ ਸਾਹ ਕਿਰਿਆਵਾਂ ਦਾ ਅਭਿਆਸ ਕਰਨਾ ਅਤੇ ਧਿਆਨ ਲਾਉਣਾ ਪਸੰਦ ਕਰਦਾ ਹਾਂ। ਇਹ ਸਾਬਤ ਹੋ ਚੁੱਕਾ ਹੈ ਕਿ ਜਦੋਂ ਤੁਹਾਡੇ ਦਿਮਾਗ ਨੂੰ ਵਧੇਰੇ ਆਕਸੀਜਨ ਮਿਲਦੀ ਹੈ ਤਾਂ ਤੁਹਾਡੇ 'ਚੋਂ ਵਧੇਰੇ ਜੀਵਨ ਸ਼ਕਤੀ, ਵਧੇਰੇ ਜੋਸ਼ ਦਾ ਸੰਚਾਰ ਹੁੰਦਾ ਹੈ ਅਤੇ ਤੁਸੀਂ ਆਪਣੀ ਬਿਰਤੀ ਵਧੇਰੇ ਇਕਾਗਰ ਕਰ ਸਕਦੇ ਹੋ ਅਤੇ ਸ਼ਾਨਦਾਰ ਨਤੀਜੇ ਹਾਸਲ ਕਰ ਸਕਦੇ ਹੋ। ਇਸ ਤੋਂ ਇਲਾਵਾ ਜਦੋਂ ਮੈਂ ਪੜ੍ਹਾਉਂਦਾ ਅਤੇ ਸਿਖਲਾਈ ਦੇ ਰਿਹਾ ਹੁੰਦਾ ਹਾਂ ਤਾਂ ਮੈਂ ਬੈਠਣ ਦੀ ਬਜਾਏ ਖੜ੍ਹੇ ਰਹਿਣ ਨੂੰ ਪਹਿਲ ਦਿੰਦਾ ਹਾਂ। ਮੈਂ ਆਪਣੇ ਮੁਲਾਜ਼ਮਾਂ ਨੂੰ ਫੋਨ ਬੈਠ ਕੇ ਸੁਣਨ ਦੀ ਬਜਾਏ ਖੜ੍ਹ ਕੇ ਸੁਣਨ ਦੀ ਕੋਚਿੰਗ ਦਿੰਦਾ ਹਾਂ, ਕਿਉਂਕਿ ਇਸ ਨਾਲ ਤਾਕਤ ਦਾ ਸੰਚਾਰ ਹੁੰਦਾ ਹੈ। ਇਹ ਮਾਮੂਲੀ ਨਿੱਕੀਆਂ ਨਿੱਕੀਆਂ ਚੀਜ਼ਾਂ ਹਨ ਜੋ ਵੱਡੀਆਂ ਤਬਦੀਲੀਆਂ ਲਿਆ ਸਕਦੀਆਂ ਹਨ। ਜੇ ਤੁਸੀਂ ਮੌਤ ਬਿਸਤਰੇ 'ਤੇ ਪਏ ਲੋਕਾਂ ਨੂੰ ਪੁੱਛੋ ਕਿ ਉਹਨਾਂ ਨੂੰ ਸਭ ਤੋਂ ਵੱਧ ਅਫਸੋਸ ਕਿਸ ਗੱਲ ਦਾ ਹੈ, ਤਾਂ ਲੋਕ ਹਮੇਸ਼ਾ ਆਪਣੇ ਪਿਆਰਿਆਂ ਨਾਲ ਲੋੜੀਂਦਾ ਸਮਾਂ ਨਾ ਗੁਜ਼ਾਰ ਸਕਣ 'ਤੇ ਅਫਸੋਸ ਜ਼ਾਹਰ ਕਰਦੇ ਹਨ, ਕਿਉਂਕਿ ਉਹ ਪੈਸੇ ਪਿੱਛੇ ਪਏ ਹੋਣ ਕਾਰਨ ਬਹੁਤ ਰੁੱਝੇ ਰਹੇ ਸਨ। ਮੇਰੇ ਲਈ ਇਹ ਵਧੇਰੇ ਸਫਲ ਹੋਣ ਦੀ ਪ੍ਰੇਰਨਾ ਹੈ, ਕਿਉਂਕਿ ਸਾਰਾ ਸਮਾਂ ਕੰਮ ਕਰਦੇ ਰਹਿਣ ਦੀ ਬਜਾਏ ਮੈਂ ਆਪਣੇ ਪਿਆਰਿਆਂ ਨਾਲ ਸਮਾਂ ਗੁਜ਼ਾਰ ਸਕਦਾ ਹਾਂ। ਆਪਣੀ ਜ਼ਿੰਦਗੀ 'ਚ ਪਹਿਲ ਜੇ ਕੋਈ ਮੈਨੂੰ ਰੁੱਖਾ ਬੋਲ ਦਿੰਦਾ ਸੀ ਤਾਂ ਮੈਂ ਵੀ ਉਸੇ ਲਹਿਜੇ 'ਚ ਮੋੜਵਾ ਜਵਾਬ ਦੇ ਦਿੰਦਾ ਸੀ। ਮੈਂ ਸਬਕ ਸਿੱਖਿਆ ਹੈ ਕਿ ਜੇ ਕੋਈ ਮੇਰੇ ਨਾਲ ਰੁੱਖਾ ਵਰਤਾਓ ਕਰਦਾ ਹੈ, ਇਸ ਨਾਲ ਉਸੇ ਦਾ ਮਾੜਾ ਅਕਸ ਬਣਦਾ ਹੈ, ਨਾ ਕਿ ਮੇਰਾ। ਮੈਂ ਆਪਣੀਆਂ ਕਾਰਵਾਈਆਂ ਨੂੰ ਲੈ ਕੇ ਸੁਚੇਤ ਅਤੇ ਵਧੇਰੇ ਜਾਗਰੂਕ ਹਾਂ, ਕਿਉਂਕਿ ਉਹ ਮੇਰੀ ਨੁਮਾਇੰਦਗੀ ਕਰਦੀਆਂ ਹਨ। ਮੇਰਾ ਰਵੱਈਆ ਅਤੇ ਸ਼ਖਸੀਅਤ ਇੰਜ ਬਦਲੇ। ਦੁਨੀਆ 'ਚ ਤੁਹਾਡੇ ਕੋਲ ਹਰ ਧਨ ਦੌਲਤ ਹੋ ਸਕਦਾ ਹੈ, ਲੇਕਿਨ ਇਹ ਤੁਹਾਨੂੰ ਖੁਸ਼ੀ, ਸ਼ਾਂਤੀ, ਸੰਤੁਸ਼ਟੀ ਜਾਂ ਸਹਿਜਤਾ ਨਹੀਂ ਦੇ ਸਕਦਾ। ਪੈਸਾ ਤੁਹਾਨੂੰ ਜ਼ਿੰਦਗੀ ਦੀਆਂ ਜ਼ਰੂਰਤਾਂ ਖਰੀਦ ਕੇ ਦੇ ਸਕਦਾ ਹੈ। ਖੁਸ਼ੀ ਅਤੇ ਆਨੰਦ ਕੰਮਾਂ 'ਚੋਂ ਮਿਲਦੇ ਹਨ। ਤੁਸੀਂ ਜਦੋਂ ਇੱਕ ਵਾਰ ਤੁਰ ਗਏ ਤਾਂ ਇਸ ਦੁਨੀਆ ਤੋਂ ਕਿਵੇਂ ਰੁਖਸਤ ਹੋਵੋਗੇ? ਜਦੋਂ ਤੁਸੀਂ ਇੱਥੇ ਸੀ ਤਾਂ ਤੁਸੀਂ ਕਿੰਨੀਆਂ ਜ਼ਿੰਦਗੀਆਂ ਉੱਪਰ ਪ੍ਰਭਾਵ ਪਾਇਆ। ਦੁਨੀਆ 'ਚੋਂ ਤੁਹਾਡੇ ਕੋਲ ਹਰ ਧਨ ਦੌਲਤ ਹੋ ਸਕਦਾ ਹੈ, ਪਰ ਤੁਸੀਂ ਚੰਗੀ ਸਿਹਤ ਖਰੀਦ ਨਹੀਂ ਸਕਦੇ। ਇੱਕ ਵੱਡੀ ਮਿਸਾਲ ਸਟੀਵ ਜੌਬਸ ਦੀ ਹੈ, ਜੋ ਇੱਕ ਪ੍ਰਤਿਭਾ ਸੀ ਅਤੇ ਉਸ ਨੂੰ ਕੰਮ ਦਾ ਨਸ਼ਾ ਸੀ। ਉਹ ਹੁਣ ਤੱਕ ਦੇ ਸਭ ਤੋਂ ਸਫਲ ਕਾਰੋਬਾਰੀ ਉਦਮੀਆਂ ਵਿੱਚੋਂ ਇੱਕ ਸੀ, ਪਰ ਆਪਣੇ ਅੰਤ ਸਮੇਂ 'ਚ ਉਹ ਆਪਣੇ ਲਈ ਜ਼ਿੰਦਗੀ ਦੇ ਹੋਰ ਦਿਨ ਨਹੀਂ ਖਰੀਦ ਸਕਿਆ। ਸਮੇਂ ਦੀ ਵਰਤੋਂ ਸਿਆਣਪ ਨਾਲ ਕਰੋ। ਜਿਸ ਚੀਜ਼ ਦੀ ਇੱਛਾ ਤਾਂ ਅਸੀਂ ਸਾਰੇ ਬਹੁਤ ਕਰਦੇ ਹਾਂ, ਪਰ ਹਰ ਦਿਨ ਅਸੀਂ ਹੱਥੋਂ ਗਵਾਉਂਦੇ ਹਾਂ, ਉਹ ਹੈ ਸਮਾਂ। ਇਸ ਕਾਰਨ ਤੁਹਾਡੇ ਲਈ ਇਹ ਯਕੀਨੀ ਬਣਾਉਣ ਲਈ ਕਦਮ ਚੁੱਕਣ ਦੀ ਲੋੜ ਹੁੰਦੀ ਹੈ ਕਿ ਤੁਹਾਡੇ ਸਮੇਂ ਦੀ ਵਰਤੋਂ ਸਿਆਣਪ ਨਾਲ ਹੋਵੇ। ਇਹ ਪਤਾ ਲਾਓ ਕਿ ਰੋਜ਼ਾਨਾ ਤੁਹਾਡਾ ਸਮਾਂ ਕਿੱਥੇ ਲੱਗਦਾ ਹੈ ਅਤੇ ਤੁਸੀਂ ਹਰ ਮਿੰਟ ਅਤੇ ਘੰਟੇ ਦੀ ਬਿਹਤਰ ਵਰਤੋਂ ਕਿਵੇਂ ਕਰ ਸਕਦੇ ਹੋ। ਲੋੜੀਂਦਾ ਆਰਾਮ ਕਰੋ। ਜਦੋਂ ਕੰਮ ਦੀ ਲੋੜ ਹੈ ਉਦੋਂ ਕੰਮ ਕਰੋ ਅਤੇ ਆਪਣੀ ਵੱਧ ਤੋਂ ਵੱਧ ਕੋਸ਼ਿਸ਼ ਅਤੇ ਤਾਕਤ ਲਗਾ ਦਿਓ, ਅਤੇ ਫਿਰ ਤੁਹਾਨੂੰ ਆਰਾਮ ਕਰਨ ਦੀ ਲੋੜ ਹੁੰਦੀ ਹੈ। ਤੁਹਾਡੇ ਸਰੀਰ ਨੂੰ ਨੀਂਦ ਦੀ ਲੋੜ ਹੁੰਦੀ ਹੈ। ਜੇ ਤੁਸੀਂ ਰੋਜ਼ਾਨਾ 7-8 ਘੰਟੇ ਨਹੀਂ ਸੌਂਦੇ ਤਾਂ ਦੇਰ ਸਵੇਰ ਤੁਸੀਂ ਕੋਈ ਨਾ ਕੋਈ ਬਿਮਾਰੀ ਸਹੇੜ ਲਓਗੇ। ਤੁਹਾਡੇ ਸਰੀਰ 'ਚ ਬਿਮਾਰੀਆਂ ਨਾਲ ਲੜਨ ਵਾਲਾ ਤੰਤਰ, ਇਮਿਊਨ ਸਿਸਟਮ ਕਮਜ਼ੋਰ ਹੋ ਜਾਵੇਗਾ। ਜੇ ਤੁਸੀਂ ਆਪਣੇ ਸਰੀਰ ਨੂੰ ਆਰਾਮ ਅਤੇ ਮੁਰੰਮਤ ਲਈ ਲੋੜੀਂਦਾ ਸਮਾਂ ਨਹੀਂ ਦਿੰਦੇ ਤਾਂ ਸਰੀਰ ਆਪਣੀ ਚੋਟੀ ਦੀ ਕੰਮ ਸਮਰੱਥਾ ਦੇ ਜਲਵੇ ਨਹੀਂ ਦਿਖਾ ਸਕਦਾ। ਲੋੜ ਅਨੁਸਾਰ ਆਰਾਮ ਕਰੋ, ਫਿਰ ਤੁਹਾਨੂੰ ਆਪਣੀਆਂ ਇੱਛਾਵਾਂ ਲਈ ਜਨੂੰਨ ਨਾਲ ਕੰਮ ਕਰਨ 'ਚ ਕੋਈ ਸਮੱਸਿਆ ਨਹੀਂ ਆਵੇਗੀ। ਆਪਣੇ ਦਿਮਾਗ ਨੂੰ ਚੁਸਤ ਦਰੁਸਤ ਰੱਖਣ ਲਈ ਆਪਣੀ ਸਿਹਤ ਅਤੇ ਆਪਣੇ ਖਾਣ ਪੀਣ ਦਾ ਖਿਆਲ ਰੱਖਣਾ ਬਹੁਤ ਮਹੱਤਵਪੂਰਨ ਹੈ। ਹੱਸਣਾ ਜ਼ਿੰਦਗੀ ਦੀਆਂ ਮੁਸੀਬਤਾਂ ਨੂੰ ਘਟਾ ਦਿੰਦਾ ਹੈ। ਤੁਹਾਨੂੰ ਇਹ ਗੈਰ ਜ਼ਰੂਰੀ ਜਾਂ ਬਹੁਤ ਸਧਾਰਨ ਲੱਗ ਸਕਦਾ ਹੈ, ਪਰ ਯਕੀਨ ਮੰਨਿਓ, ਦੁਨੀਆ ਭਰ 'ਚ ਕਰੋੜਾਂ ਲੋਕ ਤਣਾਅ ਮੁਕਤ ਹੋਣਾ ਕਿਉਂ ਸਿੱਖ ਰਹੇ ਹਨ ਅਤੇ ਉਹ ਤਣਾਅ ਮੁਕਤ ਰਹਿਣ ਦੀਆਂ ਤਕਨੀਕਾਂ ਕਿਉਂ ਸਿੱਖ ਰਹੇ ਹਨ। ਇਸ ਦਾ ਕਾਰਨ ਹੈ, ਹਰ ਗੱਲ ਨੂੰ ਬਹੁਤ ਹੀ ਗੰਭੀਰਤਾ ਨਾਲ ਨਾ ਲਓ।
ਖਾਸ ਦਿਨਾਂ 'ਤੇ ਇਹ ਕਰਨ ਨਾਲੋਂ ਕਹਿਣਾ ਸੌਖਾ ਹੋ ਸਕਦਾ ਹੈ, ਪਰ ਚੇਤੇ ਰੱਖੋ ਹਰ ਚੀਜ਼ ਲੰਘ ਜਾਵੇਗੀ, ਕੁਝ ਵੀ ਸਥਾਈ ਨਹੀਂ ਹੈ। ਹੱਸਣਾ ਐਸਾ ਸੱਟ ਸੁਹਾਊ ਸਾਧਨ ਸ਼ੌਕ ਅਬਜ਼ਰਵਰ ਹੈ ਜੋ ਜ਼ਿੰਦਗੀ ਦੀਆਂ ਮੁਸੀਬਤਾਂ ਨੂੰ ਘਟਾ ਦਿੰਦਾ ਹੈ। ਕਿਸੇ ਐਸੇ ਬੰਦੇ ਨਾਲ ਰਾਤ ਦਾ ਖਾਣਾ ਖਾਓ ਜੋ ਤੁਹਾਨੂੰ ਹਸਾ ਕੇ ਲੋਟ-ਪੋਟ ਕਰ ਦਿੰਦਾ ਹੈ। ਕੋਈ ਐਸੀ ਫਿਲਮ ਦੇਖੋ ਜੋ ਹਸਾ ਕੇ ਤੁਹਾਡੀਆਂ ਅੱਖਾਂ 'ਚੋਂ ਹੰਝੂ ਲਿਆ ਦੇਵੇ। ਤੁਹਾਨੂੰ ਆਪਣੇ ਸਰੀਰ ਦੀ ਅੰਦਰੋਂ ਧੁਲਾਈ ਕਰਨ ਦੀ ਲੋੜ ਹੈ ਅਤੇ ਜੋ ਮਹੱਤਵਪੂਰਨ ਸਰੀਰ ਲਈ ਸਾਬਣ ਦਾ ਹੈ ਉਹੀ ਹਾਸੇ ਦਾ ਆਤਮਾ ਲਈ ਹੈ। ਆਪਣੀ ਜਗ੍ਹਾ ਨੂੰ ਸੁਚਾਰੂ ਤਰੀਕੇ ਨਾਲ ਤਰਤੀਬ ਦਿਓ। ਕੜਮੱਸ ਵਾਲੀ ਜਗ੍ਹਾ ਨਾਲ ਤੁਹਾਡੇ ਦਿਮਾਗ 'ਚੋਂ ਕੜਮੱਸ ਪਿਆ ਰਹਿੰਦਾ ਹੈ। ਜਦੋਂ ਤੁਸੀਂ ਆਪਣੇ ਨਿਸ਼ਾਨਿਆਂ ਲਈ ਕੰਮ ਕਰ ਰਹੇ ਹੁੰਦੇ ਹੋ, ਜੇ ਤੁਸੀਂ ਆਪਣੀ ਕੰਮ ਵਾਲੀ ਜਗ੍ਹਾ ਨੂੰ ਸਾਫ਼ ਸੁਥਰਾ ਰੱਖਣ ਲਈ ਕੁਝ ਘੰਟੇ ਕੱਢਦੇ ਹੋ ਤਾਂ ਇਹ ਤੁਹਾਡੇ ਲਈ ਸਪਸ਼ਟਤਾ ਅਤੇ ਇਕਾਗਰਤਾ ਬਣਾਈ ਰੱਖਣ 'ਚ ਮਦਦ ਕਰਦਾ ਹੈ। ਜੇ ਤੁਹਾਡੇ ਕੰਮ ਵਾਲੀ ਜਗ੍ਹਾ ਬੇਤਰਤੀਬੀ ਵਾਲੀ ਹੈ, ਇਸ ਦਾ ਭਾਵ ਹੈ ਕਿ ਤੁਸੀਂ ਉਹਨਾਂ ਚੀਜ਼ਾਂ ਨੂੰ ਸੁਚਾਰੂ ਤਰੀਕੇ ਨਾਲ ਨਜਿੱਠ ਨਹੀਂ ਰਹੇ। ਤੁਸੀਂ ਆਪਣੀਆਂ ਸਮੱਸਿਆਵਾਂ ਤੋਂ ਮੂੰਹ ਲੁਕੋ ਰਹੇ ਹੋ। ਤੁਹਾਡੀ ਤਾਕਤ ਜਾਮ ਹੋਈ ਪਈ ਹੈ ਅਤੇ ਇਹ ਸੰਭਵ ਹੈ ਕਿ ਤੁਹਾਨੂੰ ਕੁਝ ਕਰ ਗੁਜ਼ਰਨ ਲਈ ਉਤਸ਼ਾਹ ਮਹਿਸੂਸ ਨਹੀਂ ਹੋ ਰਿਹਾ। ਆਪਣੀ ਤਾਕਤ ਨੂੰ ਗਤੀਸ਼ੀਲ ਰੱਖਣ ਲਈ ਤੁਹਾਨੂੰ ਆਪਣੇ ਨਾਲ ਸੰਬੰਧਿਤ ਜਗ੍ਹਾ ਦੀ ਸਫਾਈ ਕਰਨੀ ਪਵੇਗੀ ਅਤੇ ਇਹ ਤੁਹਾਡੇ ਅਵਚੇਤਨ ਮਨ ਉੱਪਰ ਅਸਰ ਅੰਦਾਜ਼ ਹੁੰਦਾ ਹੈ। ਤੁਹਾਡੇ ਸਾਹਮਣੇ ਜੋ ਹੈ ਉਸ ਨਾਲ ਨਜਿੱਠੋ। ਸਾਫ਼ ਸੁਥਰੀ ਜਗ੍ਹਾ ਅਤੇ ਸਾਫ਼ ਦਿਮਾਗ ਇੱਕ ਬਰਾਬਰ ਹਨ। ਕਈ ਵਾਰ ਜ਼ਿੰਦਗੀ ਬਹੁਤ ਰੁੱਝੀ ਹੁੰਦੀ ਹੈ ਅਤੇ ਚੀਜ਼ਾਂ ਦੇ ਢੇਰ ਲੱਗ ਜਾਂਦੇ ਹਨ। ਸ਼ਾਇਦ ਤੁਹਾਨੂੰ ਵਾਧੂ ਮਦਦ ਜਾਂ ਸਹਾਇਤਾ ਦੀ ਲੋੜ ਵੀ ਪੈ ਸਕਦੀ ਹੈ। ਸਾਨੂੰ ਸਾਰਿਆਂ ਨੂੰ ਮੁਨਾਸਿਬ ਸਪੋਰਟਸ ਵਿਵਸਥਾ ਦੀ ਲੋੜ ਹੁੰਦੀ ਹੈ ਅਤੇ ਇਹ ਤੁਹਾਡੇ 'ਚ ਢਿੱਲ-ਮੱਠ ਨਹੀਂ ਆਉਣ ਦਿੰਦੀ। ਹਰ ਕਿਸੇ ਨੂੰ ਇੱਕ ਛੁੱਟੀ ਦੀ ਲੋੜ ਹੁੰਦੀ ਹੈ। ਕਈ ਵਾਰ ਆਪਣੇ ਨਿਸ਼ਾਨੇ ਨੂੰ ਪੂਰਾ ਕਰਨ ਲਈ ਉਤਸ਼ਾਹੀ ਬਣੇ ਰਹਿਣ 'ਚ ਬਿਹਤਰੀਨ ਤਰੀਕਾ ਇਸ ਨੂੰ ਆਰਾਮ ਦੇਣਾ ਹੁੰਦਾ ਹੈ। ਜਦੋਂ ਤੁਹਾਨੂੰ ਲੱਗਦਾ ਹੈ ਕਿ ਚੀਜ਼ਾਂ ਤੁਹਾਡੇ ਅਨੁਸਾਰ ਨਹੀਂ ਹੋ ਰਹੀਆਂ ਜਾਂ ਤੁਸੀਂ ਥੱਕੇ ਟੁੱਟੇ ਮਹਿਸੂਸ ਕਰਦੇ ਹੋ ਤਾਂ ਆਪਣੇ ਨਿਸ਼ਾਨੇ ਨੂੰ ਅਗਲੇ ਦਿਨ ਤੱਕ ਦਿਮਾਗ 'ਚੋਂ ਕੱਢ ਦਿਓ। ਤੁਰ ਫਿਰ ਲਓ, ਥੋੜ੍ਹਾ ਸਫ਼ਰ ਕਰ ਲਓ ਜਾਂ ਬਸ ਬੈਠ ਕੇ ਤਣਾਅ ਦੂਰ ਕਰੋ। ਇਹ ਥੋੜ੍ਹੀ ਚਿਰੀ ਛੁੱਟੀ ਤੁਹਾਨੂੰ ਤਾਜ਼ਾ ਦਮ ਅਤੇ ਉਤਸ਼ਾਹ ਨਾਲ ਭਰ ਕੇ ਆਪਣੇ ਪ੍ਰੋਜੈਕਟ ਉੱਪਰ ਮੋੜ ਲਿਆਵੇਗੀ। ਜਦੋਂ ਮੈਂ ਆਪਣੇ ਕਾਰੋਬਾਰ ਦੇ ਲਈ ਕੰਮ ਕਰਦਾ ਹਾਂ ਤਾਂ ਮੈਂ ਇਕਾਗਰ ਹੋ ਕੇ ਕੰਮ ਕਰਨਾ ਪਸੰਦ ਕਰਦਾ ਹਾਂ। ਮੈਂ ਰੋਜ਼ਾਨਾ ਸਵੇਰੇ 8:30 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਕੰਮ ਕਰਦਾ ਹਾਂ। ਉਸ ਸਮੇਂ ਦੌਰਾਨ ਮੈਂ ਉਹ ਸਭ ਕੁਝ ਕਰਦਾ ਹਾਂ ਜੋ ਮੇਰੇ ਕਾਰੋਬਾਰ ਲਈ ਕਰਨਾ ਜ਼ਰੂਰੀ ਹੁੰਦਾ ਹੈ। ਫਿਰ 2 ਵਜੇ ਤੋਂ ਬਾਅਦ ਮੈਂ ਦੋਸਤਾਂ ਨੂੰ ਮਿਲਦਾ ਹਾਂ ਅਤੇ ਰਿਸ਼ਤੇ ਬਣਾਉਣ ਲਈ ਕੰਮ ਕਰਦਾ ਹਾਂ। ਮੈਂ ਰੋਜ਼ਾਨਾ ਘੱਟੋ ਘੱਟ 2-3 ਜਣਿਆਂ ਨੂੰ ਮਿਲਣਾ ਪਸੰਦ ਕਰਦਾ ਹਾਂ। ਆਪਣੀ ਜ਼ਿੰਦਗੀ 'ਚ ਵਧੇਰੇ ਸੰਤੁਲਨ ਮੈਂ ਇਸ ਤਰੀਕੇ ਨਾਲ ਲਿਆਉਂਦਾ ਹਾਂ। ਜੇ ਕੋਈ ਚੀਜ਼ ਤੁਹਾਨੂੰ ਪਰੇਸ਼ਾਨ ਕਰ ਰਹੀ ਹੈ ਤਾਂ ਤੁਸੀਂ ਇਹ ਆਪਣੇ ਦੋਸਤਾਂ ਨਾਲ ਸਾਂਝੀ ਕਰ ਸਕਦੇ ਹੋ। ਮੈਂ ਆਪਣਾ 100% ਕੰਮ ਚਲਾਉਂਦਾ ਹਾਂ ਅਤੇ ਫਿਰ ਆਰਾਮ ਕਰਦਾ ਹਾਂ। ਜਦੋਂ ਤੁਸੀਂ ਰਿਲੈਕਸ ਹੁੰਦੇ ਹੋ ਤਾਂ ਤੁਹਾਨੂੰ ਬਿਹਤਰ ਹੱਲ ਸੁਝਦੇ ਹਨ। ਜੇ ਕੋਈ ਚੀਜ਼ ਤੁਹਾਨੂੰ ਪਰੇਸ਼ਾਨ ਕਰ ਰਹੀ ਹੈ ਤਾਂ ਇਸ ਨੂੰ ਬਾਹਰ ਆਉਣ ਦਿਓ। ਆਪਣੇ ਅੰਦਰ ਘੁੱਟ ਕੇ ਨਾ ਰੱਖੋ ਅਤੇ ਚੇਤੇ ਰੱਖੋ, ਇੱਕ ਨਾਲੋਂ 2 ਦਿਮਾਗ ਬਿਹਤਰ ਹੁੰਦੇ ਹਨ। ਨੈਗੇਟਿਵ એનર્ਜੀ ਨੂੰ ਅੰਦਰ ਨਾ ਪਨਪਣ ਦਿਓ। ਆਪਣੇ ਇਰਦ ਗਿਰਦ ਯੋਜਨਾ ਘਾੜਾ ਗਰੁੱਪ ਬਣਾਓ। ਸਫਲ ਹੋਣ ਲਈ ਇਹ ਮਹੱਤਵਪੂਰਨ ਹੈ ਕਿ ਤੁਹਾਡੇ ਇਰਦ ਗਿਰਦ ਸਫਲ ਲੋਕ ਹੋਣ। ਆਪਣੇ ਘਮੰਡ ਅਤੇ ਹਉਮੈ ਨੂੰ ਆਪ ਸਹੇੜੀ ਅਲੱਗ-ਥਲੱਗਤਾ ਜਾਂ ਜੇਲ੍ਹਨੁਮਾ ਸਥਿਤੀ ਆਪਣੇ ਉੱਪਰ ਥੋਪਣ ਦੀ ਇਜਾਜ਼ਤ ਨਾ ਦਿਓ। ਆਪਣੇ ਇਰਦ ਗਿਰਦ ਪ੍ਰੇਰਿਤ ਕਰਨ ਵਾਲੇ ਦੋਸਤਾਂ ਦਾ ਘੇਰਾ ਬਣਾਓ। ਵਿਲੀਅਮ ਸ਼ੇਕਸਪੀਅਰ ਦਾ ਕਹਿਣਾ ਹੈ, ਸਾਡੇ ਸਰੀਰ ਸਾਡੇ ਬਾਗ ਹਨ ਅਤੇ ਸਾਡੀਆਂ ਇੱਛਾਵਾਂ ਇਹਨਾਂ ਦੇ ਮਾਲੀ। ਧੰਨਵਾਦ।